BA ਭਾਗ ਤੀਜਾ ਦੇ 5ਵੇਂ ਸਮੈਸਟਰ ਦੀ ਲਾਜ਼ਮੀ ਤੇ ਚੋਣਵੀਂ ਪੰਜਾਬੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੁਆਰਾ ਨਿਰਧਾਰਿਤ ਸਿਲੇਬਸ ਵਿੱਚ ਗੁਰਬਾਣੀ ਨੂੰ ਹਿੱਸਾ ਬਣਾਇਆ ਗਿਆ ਹੈ। ਸੋ ਜਮਾਤ ਵਿੱਚ ਗੁਰਬਾਣੀ ਨੂੰ ਪੜ੍ਹਾਉਂਦਿਆਂ ਜਾਂ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ, ਗੁਰੂ ਅਰਜਨ ਦੇਵ ਜੀ ਦੀ ਬਾਣੀ, ਬਾਬਾ ਫਰੀਦ ਦੀ ਬਾਣੀ, ਭਗਤ ਨਾਮਦੇਵ, ਭਗਤ ਰਵਿਦਾਸ ਨੂੰ ਪੜ੍ਹਾਉਂਦਿਆਂ ਮੈਂ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਕਿ ਗੁਰਬਾਣੀ ਦੇ ਪਿੱਛੇ ਕੰਮ ਕਰ ਰਹੇ ਜਿਹੜੇ ਸੰਕਲਪ ਨੇ ਉਹਨਾਂ ਦੀ ਜਾਣਕਾਰੀ ਵੀ ਵਿਦਿਆਰਥੀਆਂ ਨੂੰ ਹੋਣੀ ਚਾਹੀਦੀ ਤਾਂ ਕਿ ਉਹ ਸਿਰਫ ਸ਼ਾਬਦਿਕ ਅਰਥਾਂ ਤੱਕ ਹੀ ਸੀਮਿਤ ਨਾ ਰਹਿ ਜਾਣ। ਉਹਨਾਂ ਨੂੰ ਉਹਨਾਂ ਸ਼ਬਦਾਂ ਦੇ ਅਰਥਾਂ ਦੇ ਪਿੱਛੇ ਲੁਕੇ ਹੋਏ ਭਾਵਾਂ ਦੀ, ਉਹਨਾਂ ਸੰਕਲਪਾਂ ਦੀ ਡੂੰਘੇਰੇ ਰੂਪ ਵਿੱਚ ਜਾਣਕਾਰੀ ਦੇਣ ਤਹਿਤ ਅੱਜ ਮੈਂ ਆਪਣੇ ਬੋਲਣ ਦਾ ਵਿਸ਼ਾ ਚੁਣਿਆ ਹੈ ਗੁਰਬਾਣੀ ਵਿੱਚ ਹੁਕਮ ਦਾ ਸੰਕਲਪ। ਪਿਆਰੇ ਵਿਦਿਆਰਥੀਓ, ਹੁਕਮ ਗੁਰਮਤਿ ਚਿੰਤਨ ਦਾ ਜਾਂ ਗੁਰਬਾਣੀ ਦਾ ਇੱਕ ਬਹੁਤ ਦਿਸ਼ਾਵੀ ਤੇ ਬਹੁਤ ਪਸਾਰੀ ਵਿਚਾਰ ਨੁਕਤਾ ਹੈ। ਗੁਰਬਾਣੀ ਵਿੱਚ ਹੁਕਮ ਪਰਮਾਤਮਾ ਦੀ ਸਿਰਜਕ, ਪਾਲਕ ਤੇ ਸੰਘਾਰਕ ਸ਼ਕਤੀ ਵਜੋਂ ਆਇਆ ਹੈ। ਗੁਰਬਾਣੀ ਵਿੱਚ ਨਾਮ, ਸ਼ਬਦ, ਬਾਣੀ, ਹੁਕਮ ਇਹਨਾਂ ਸ਼ਬਦਾਂ ਨੂੰ ਸਮਅਰਥੀ ਰੂਪ ਵਿੱਚ ਲਿਆ ਗਿਆ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਵੱਖ-ਵੱਖ ਸ਼ਕਤੀਆਂ ਦੇ ਨਾਮ ਨਹੀਂ ਬਲਕਿ ਇੱਕੋ ਸ਼ਕਤੀ ਨੂੰ ਅਨੇਕ ਰੂਪਾਂ ਨਾਲ ਪਰਿਭਾਸ਼ਿਤ ਕਰਨ ਦਾ ਯਤਨ ਕਰਦੇ ਹਨ। ਜਾਂ ਕਹਿ ਸਕਦੇ ਹਾਂ ਕਿ ਇਹ ਸਾਰੇ ਸ਼ਬਦ ਪਰਮਾਤਮਾ ਦੀ ਕਰਤਾਰੀ ਸ਼ਕਤੀ ਦੇ ਸੂਚਕ ਹਨ ਤੇ ਗੁਰਬਾਣੀ ਵਿੱਚ ਥਾਂ ਪਰ ਥਾਂ ਇਹਨਾਂ ਦੇ ਹਵਾਲੇ ਸਾਨੂੰ ਦੇਖਣ ਨੂੰ ਮਿਲਦੇ ਹਨ, ਜਿਵੇਂ ਹੁਕਮੀ ਸਹਿਜੇ ਸ੍ਰਿਸ਼ਟ ਉਪਾਈ, ਜਾਂ ਨਾਮੇ ਹੀ ਤੇ ਸਭ ਕੁਛ ਹੋਆ, ਜਾਂ ਉਤਪਤ ਪਰਲੋ ਸਬਦੇ ਹੋਵੇ, ਜਾਂ 34 ਹੁਕਮ ਵਰਤੇ ਪ੍ਰਭ ਤੇਰਾ, 34 ਨਾਮ ਪਤਾਲਮ। ਹੁਕਮ ਸੰਬੰਧੀ ਇੱਕ ਨੁਕਤਾ ਜਿਹੜਾ ਇੱਥੇ ਚਰਚਾ ਅਧੀਨ ਲਿਆਉਣਾ ਬਣਦਾ ਹੈ ਉਹ ਇਹ ਵੀ ਹੈ ਕਿ ਸ੍ਰਿਸ਼ਟੀ ਕਿਸੇ ਅੰਨੀ ਮਸ਼ੀਨ ਦੀ ਤਰ੍ਹਾਂ ਨਹੀਂ ਚੱਲ ਰਹੀ। ਕਰਤਾ ਪੁਰਖ ਦੀ ਪੈਦਾ ਕੀਤੀ ਰਚਨਾ ਕਰਤਾ ਪੁਰਖ ਦੇ ਥਾਪੇ ਨੇਮਾਂ ਤੇ ਵਿਧਾਨ ਮੁਤਾਬਕ ਹੀ ਕਾਰਜ ਕਰ ਰਹੀ ਹੈ। ਸੋ ਸ੍ਰਿਸ਼ਟੀ ਮੰਤਵਹੀਨ ਤੇ ਦਿਸ਼ਾਹੀਣ ਨਹੀਂ ਹੈ। ਗੁਰਬਾਣੀ ਵਿੱਚੋਂ ਇਸ ਸੰਬੰਧੀ ਆਪਾਂ ਹਵਾਲੇ ਲੈਂਦਿਆਂ ਗੱਲ ਕਰ ਸਕਦੇ ਹਾਂ, ਜਿਵੇਂ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਜਾਂ ਗੁਰੂ ਨਾਨਕ ਦੇਵ ਜੀ ਦੀ ਜਪਜੀ ਸਾਹਿਬ ਦੀ 34ਵੀਂ ਪੌੜੀ ਦੀਆਂ ਤੁਕਾਂ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਹੁਣ ਇਸ 34ਵੀਂ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਾਲ ਦੀ ਗਤੀ, ਪੌਣ, ਪਾਣੀ, ਰੁੱਤਾਂ, ਧਰਤੀ, ਆਕਾਰ, ਜੀਵ, ਇਸ ਸਾਰੇ ਕੁਝ ਨੂੰ ਇੱਕ ਪ੍ਰਬੰਧ ਵਿੱਚ ਵਿਚਰਦਿਆਂ ਦਿਖਾਉਂਦੇ ਹਨ। ਜੇ ਹੋਰ ਡੂੰਘੇ ਰੂਪ ਵਿੱਚ ਗੱਲ ਕਰਾਂ ਤਾਂ ਸਮੁੱਚੇ ਜਪਜੀ ਸਾਹਿਬ ਵਿੱਚ ਸਾਨੂੰ ਹੁਕਮ ਵਿਆਪਕ ਰੂਪ ਵਿੱਚ ਦਿਖਦਾ ਹੈ। ਕਿਵੇਂ ਕਿ ਜੇ ਜਪਜੀ ਸਾਹਿਬ ਨੂੰ ਸਮੇਟਣ ਦਾ ਯਤਨ ਕਰੀਏ, ਜੇ ਜਪਜੀ ਸਾਹਿਬ ਦੇ ਭਾਵ ਅਰਥਾਂ ਤੱਕ ਜਾਈਏ ਤਾਂ ਇਹ ਨਿਰਾਕਾਰ, ਆਕਾਰ, ਪ੍ਰਕਾਰ, ਕਿਰਦਾਰ, ਵਿਹਾਰ, ਵਿਚਾਰ, ਬਲਿਹਾਰ, ਸਚਿਆਰ ਤੇ ਸਾਕਾਰ, ਇਹਨਾਂ ਸਾਰੇ ਪੱਖਾਂ ਦੇ ਨਾਲ ਇਹ ਪਰਮਾਤਮਾ ਦੇ ਹੁਕਮ ਨੂੰ ਹੀ ਦ੍ਰਿੜਾਉਂਦੀ ਪ੍ਰਤੀਤ ਹੁੰਦੀ ਹੈ। ਹੁਕਮ ਸੰਬੰਧੀ ਗੱਲ ਕਰਦਿਆਂ ਦੂਜਾ ਨੁਕਤਾ ਇਹ ਹੈ ਕਿ ਪਰਮਾਤਮਾ ਦਾ ਨਾਮ ਰੂਪੀ ਹੁਕਮ ਉਹ ਮਨੁੱਖ ਦੇ ਅੰਦਰ ਹੀ ਹੈ ਤੇ ਇਸ ਨਾਮ ਰੂਪੀ ਹੁਕਮ ਦੀ ਧੁਨੀ ਮਨੁੱਖ ਨੇ ਅੰਦਰੋਂ ਹੀ ਸੁਣਨੀ ਹੈ, ਅੰਦਰੋਂ ਹੀ ਪ੍ਰਾਪਤ ਕਰਨੀ ਹੈ। ਗੁਰਬਾਣੀ ਵਿੱਚ ਹੈ, ਅੰਤਰ ਨਾਮ ਨਿਧਾਨ ਹੈ, ਪੂਰੇ ਸਤਿਗੁਰ ਦੀਆ ਦਿਖਾਈ। ਸੋ ਅੰਦਰੋਂ ਇਹ ਹੁਕਮ ਰੂਪੀ ਨਾਮ ਨੂੰ ਸਮਝਣ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ ਵਿੱਚ ਸਾਡੇ ਲਈ ਸਮਰੱਥ ਗੁਰੂ ਬਣਦਾ ਹੈ। ਗੁਰੂ ਉਹ ਪੌੜੀ ਹੈ ਜਿਸ ਨੇ ਸਾਨੂੰ ਉਸ ਪਰਮਾਤਮਾ ਤੱਕ ਲੈ ਕੇ ਜਾਣਾ ਤੇ ਸਾਰੀ ਗੁਰਬਾਣੀ ਗੁਰੂ ਦੀ ਮਹਿਮਾ ਪ੍ਰਤੀ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਸ਼ਬਦ, ਬਹੁਤ ਸਾਰੇ ਵਿਚਾਰ ਸਾਡੇ ਸਾਹਮਣੇ ਰੱਖਦੀ ਹੈ, ਜਿਨ੍ਹਾਂ ਵਿੱਚੋਂ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ, ਜਾਂ ਜੈਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਜਾਂ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਜਾਂ
गुर गोबिंद दोनों खड़े काको लागो पाए, बलिहारी गुर ਆਪਣੇ जिन गोबिंद दियो दिखाए। सो गुरु ਦੀ ਮਹਿਮਾ ਬਹੁਤ ਜ਼ਿਆਦਾ, ਕਿਉਂਕਿ ਉਹੀ ਪਰਮਾਤਮਾ ਤੱਕ ਪਹੁੰਚਣ ਲਈ ਇੱਕ ਪੁਲ ਬਣਦਾ ਹੈ, ਇੱਕ ਪੌੜੀ ਦਾ ਕਾਰਜ ਕਰਦਾ ਹੈ। ਹੁਕਮ ਸੰਬੰਧੀ ਗੱਲ ਕਰਦਿਆਂ ਇੱਕ ਨੁਕਤਾ ਇਹ ਵੀ ਹੈ ਕਿ ਜਿਸ ਪਰਮਾਤਮਾ ਨੇ ਆਪਣੇ ਹੁਕਮ ਵਿੱਚ ਮਨੁੱਖ ਦੀ ਸਿਰਜਣਾ ਕੀਤੀ ਹੈ, ਸੋ ਪਰਮਾਤਮਾ ਦੀ ਇੱਛਾ ਹੈ ਕਿ ਉਹਦੇ ਹੁਕਮ ਨੂੰ ਸਮਝ ਕੇ ਜੀਵ ਉਹਦੇ ਤੱਕ ਵਾਪਸ ਪਰਤੇ। ਪਰ ਇਸ ਧਰਤੀ ਤੇ ਰਹਿੰਦਿਆਂ ਉਸ ਜੀਵ ਦੇ ਵਿਚਰਨ ਲਈ ਪਰਮਾਤਮਾ ਨੇ ਇੱਕ ਨੇਮ ਵਿਧਾਨ ਬਣਾਇਆ ਹੈ, ਤੇ ਉਹ ਨੇਮ ਕਰਮ ਤੇ ਫਲ ਦਾ ਹੈ। ਗੁਰਬਾਣੀ ਵਿੱਚ ਸਤਰਾਂ ਨੇ ਕਰਮੀ ਕਰਮੀ ਹੋਏ ਵਿਚਾਰ, ਜਾਂ ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਏ, ਆਪੇ ਬੀਜ ਆਪੇ ਹੀ ਖਾਏ। ਤੇ ਦੂਸਰੇ ਪਾਸੇ ਸਭ ਕਿਛ ਕੀਤਾ ਤੇਰਾ ਹੋਵੇ, ਨਾਹੀ ਕਿਛ ਅਸਾੜਾ ਜੀਉ। ਸੋ ਇਹ ਜਿਹੜੀ ਸਥਿਤੀ ਹੈ ਇਹ ਵਿਰੋਧਾਭਾਸਕ ਪ੍ਰਤੀਤ ਹੁੰਦੀ ਹੈ ਕਿ ਜੀਵ ਨਿਰਜੰਤ ਕਠਪੁਤਲੀ ਹੈ, ਜਾਂ ਸਾਨੂੰ ਕੁਝ ਆਜ਼ਾਦੀ ਵੀ ਹਾਸਲ ਹੈ, ਕਿਉਂਕਿ ਜੇ ਸਾਰਾ ਕੁਝ ਕਰਨ ਵਾਲਾ ਪਰਮਾਤਮਾ ਹੈ ਤਾਂ ਫਿਰ ਜੀਵ ਕੀ ਕਰ ਰਿਹਾ ਹੈ, ਜਾਂ ਜੀਵ ਦੇ ਯਤਨ ਕਿਸ ਅਰਥ ਹਨ। ਇਸ ਸਵਾਲ ਦਾ ਉੱਤਰ ਦਿੰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਨੇ ਮਨੁੱਖ ਦੀ ਬਣਤਰ ਹੀ ਇਸ ਪ੍ਰਕਾਰ ਦੀ ਬਣਾਈ ਹੈ ਕਿ ਅਕ੍ਰਿਯ ਹੋਣਾ ਉਸ ਲਈ ਸੰਭਵ ਨਹੀਂ ਹੈ। ਅਸੀਂ ਸਰੀਰਕ ਪੱਖੋਂ ਕੁਝ ਨਾ ਵੀ ਕਰੀਏ ਤਾਂ ਵੀ ਮਨ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ। ਸੋ ਅਕ੍ਰਿਆ ਹੋਣਾ ਮਨੁੱਖ ਲਈ ਸੰਭਵ ਨਹੀਂ ਹੈ, ਜਦ ਦੂਜੇ ਸ਼ਬਦਾਂ ਵਿੱਚ ਕਿਰਿਆਸ਼ੀਲਤਾ ਹੀ ਜੀਵਨ ਦਾ ਲਾਜ਼ਮੀ ਗੁਣ ਤੇ ਲੱਛਣ ਹੈ। ਅੱਗੇ ਗੱਲ ਤੋਰਦਿਆਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪਰਮਾਤਮਾ ਦੇ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ, ਹੈ ਨਾ, ਤੇ ਦੂਸਰੀ ਇੱਕ ਹੋਰ ਤੁਕ ਗੁਰਬਾਣੀ ਚਾਹੁੰਦੀ ਹੈ ਕਿ ਇਹਨਾਂ ਜਨਤਾ ਕੇ ਵਸ ਕਿਛ ਨਾਹੀ, ਤੁਧ ਵੇਖੀ ਜਗਤ ਉਪਾਇਆ। ਫਿਰ ਜੀਵ ਦੀ ਆਜ਼ਾਦੀ ਦਾ ਸਵਾਲ ਉੱਥੇ ਹੀ ਖੜਾ ਹੈ ਕਿ ਜੇ ਉਹਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿਲਦਾ ਤਾਂ ਇਹਨਾਂ ਜਨਤਾ ਕੇ ਵਸ ਕਿਛ ਨਾਹੀ, ਤੁਧ ਵੇਖੀ ਜਗਤ ਉਪਾਇਆ, ਤਾਂ ਫਿਰ ਮਨੁੱਖ ਨੂੰ ਕੀਤੇ ਕਰਮਾਂ ਦੀ ਸਜ਼ਾ ਲਈ ਕਿਉਂ ਭੈਭੀਤ ਕੀਤਾ ਜਾਂਦਾ। ਸੋ ਇਸ ਸਵਾਲ ਦਾ ਜਵਾਬ ਦੋ ਪੱਧਰਾਂ ਤੇ ਦਿੱਤਾ ਜਾ ਸਕਦਾ ਹੈ। ਪਹਿਲਾ ਕਿ ਸ੍ਰਿਸ਼ਟੀ ਦੀ ਰਚਨਾ ਸ੍ਰਿਸ਼ਟੀ ਰਚਨਹਾਰ ਦੁਆਰਾ ਕੀਤੀ ਗਈ ਹੈ। ਆਜ਼ਾਦੀ ਸਿਰਜਣਹਾਰ ਨੂੰ ਹੁੰਦੀ ਹੈ, ਸਿਰਜਣਾ ਨੂੰ ਨਹੀਂ। ਮਨੁੱਖ ਵੀ ਸਿਰਜਣਾ ਹੈ ਤੇ ਜਗਤ ਵੀ ਸਿਰਜਣਾ ਹੈ। ਸੋ ਆਜ਼ਾਦੀ ਕੇਵਲ ਕਰਤਾ ਪੁਰਖ ਕੋਲ ਹੈ, ਮਨੁੱਖ ਕੋਲ ਨਹੀਂ। ਇਸ ਲਈ ਉਹਦੇ ਹੁਕਮ ਬਿਨਾਂ ਪੱਤਾ ਵੀ ਨਹੀਂ ਹਿਲਦਾ। ਹੁਣ ਇਸੇ ਗੱਲ ਨੂੰ ਜੇ ਅਸੀਂ ਦੁਬਾਰਾ ਕਰੀਏ ਤਾਂ ਫਿਰ ਸਵਾਲ ਖੜਾ ਹੁੰਦਾ ਹੈ ਕਿ ਜੀਵ ਦੀ ਆਜ਼ਾਦੀ ਦਾ ਸਵਾਲ ਤਾਂ ਉੱਥੇ ਹੀ ਖੜਾ ਹੈ ਕਿ ਜੀਵ ਨੂੰ ਕੁਝ ਕਰਨ ਦੀ ਆਜ਼ਾਦੀ ਹੈ ਵੀ ਜਾਂ ਨਹੀਂ। ਰਚਨਾ ਵਾਲੇ ਪਾਸਿਓਂ ਦੇਖਿਆ ਤੇ ਵਿਹਾਰਿਕ ਦ੍ਰਿਸ਼ਟੀ ਤੋਂ ਗੱਲ ਕਰਦਿਆਂ ਮਨੁੱਖ ਨੂੰ ਇਹ ਆਜ਼ਾਦੀ ਪ੍ਰਾਪਤ ਹੈ। ਇਹ ਆਜ਼ਾਦੀ ਕਰਤਾ ਪੁਰਖ ਨੇ ਰਚਨਾ ਦੇ ਵਿਧਾਨ ਵਿੱਚ ਆਪ ਰੱਖੀ ਹੈ ਤੇ ਉਹ ਆਜ਼ਾਦੀ ਹੈ ਕਰਮ ਦੀ ਚੋਣ ਦੀ। ਫਲਾਂ ਦੀ ਦੁਕਾਨ ਤੇ ਗਏ ਵਿਅਕਤੀ ਦੀ ਚੋਣ ਫਲ ਤੱਕ ਸੀਮਤ ਹੈ, ਪਰ ਉਹ ਜਿਹੜਾ ਫਲ ਹੈ ਉਹਦਾ ਸਵਾਦ ਪੂਰਵ ਨਿਸ਼ਚਿਤ ਹੈ। ਸੋ ਅਸੀਂ ਲਾਜ਼ਮੀ ਤੌਰ ਤੇ ਕਰਮ ਨਾਲ ਜੁੜੇ ਹੋਏ ਹਾਂ, ਪਰ ਉਹਨਾਂ ਕਰਮਾਂ ਦਾ ਫਲ ਪੂਰਵ ਨਿਸ਼ਚਿਤ ਹੈ। ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੜੇ ਕਰਮ ਕਰਨੇ ਹਨ ਜਾਂ ਕਿੱਦਾਂ ਦੇ ਕਰਮਾਂ ਦੀ ਚੋਣ ਕਰਨੀ ਹੈ। ਪਰ ਹਰ ਕਰਮ ਕਿਉਂਕਿ ਫਲ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ, ਇਸ ਲਈ ਮਨੁੱਖ ਨੂੰ ਕਰਮ ਦੀ ਚੋਣ ਦੀ ਆਜ਼ਾਦੀ ਤੋਂ ਨਹੀਂ ਬਲਕਿ ਕਰਮ ਤੋਂ ਆਜ਼ਾਦ ਹੋਣ ਦੀ ਲੋੜ ਹੈ। ਕਰਮ ਵਿੱਚ ਆਜ਼ਾਦ ਨਹੀਂ, ਕਰਮ ਤੋਂ ਆਜ਼ਾਦ ਹੋਣਾ ਹੈ, ਕਿਉਂਕਿ ਕੇਵਲ ਸੁਤੰਤਰ ਇੱਛਾ ਨਾਲ ਕੀਤੇ ਹੀ ਕਰਮਾਂ ਦਾ ਹੀ ਫਲ ਦਿੱਤਾ ਜਾਂਦਾ ਹੈ ਤੇ ਹਰ ਕਰਮ ਫਲ ਨਾਲ ਜੁੜਿਆ ਹੋਇਆ ਹੈ ਤੇ ਫਲ ਭੋਗਣ ਲਈ ਮਨੁੱਖ ਨੂੰ ਧਰਤੀ ਤੇ ਆਣਾ ਹੀ ਪੈਣਾ ਹੈ। ਤੇ ਗੁਰਬਾਣੀ ਮਨੁੱਖ ਦੇ ਕਰਮਾਂ ਸੰਬੰਧੀ ਉਹਦੇ ਰਿਸ਼ਤਿਆਂ ਨਾਤਿਆਂ ਸੰਬੰਧੀ ਵੀ ਹਵਾਲੇ ਦਿੰਦੀ ਹੈ, ਜਿਹਦੇ ਵਿੱਚ ਕਹਿੰਦੀ ਹੈ ਮਾਤ ਪਿਤਾ ਬਨਿਤਾ ਸੁਤਮੰਤਵ ਇਸ਼ਟ ਮੀਤ ਔਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੋ ਕੋ ਨਾ ਹੋ ਸਹਾਈ। ਸੋ ਭਾਰਤੀ ਦਰਸ਼ਨ ਦੇ ਪ੍ਰਾਲਬਧ ਕਰਮ, ਕਿਰਿਆਮਾਨ ਕਰਮ ਤੇ ਸੰਚਿਤ ਕਰਮਾਂ ਨੂੰ ਜੇ ਅਸੀਂ ਖੋਲੀਏ ਤਾਂ ਇਹਨਾਂ ਕਰਮਾਂ ਤੇ ਗੱਲ ਕਰਦਿਆਂ ਵੀ ਪ੍ਰਾਲਬਧ ਕਰਮ ਉਹ ਕਰਮ ਜਿਹੜੇ ਮਨੁੱਖ ਨੂੰ ਇਸ ਜਨਮ ਵਿੱਚ ਇਸ ਸਰੀਰ ਨੂੰ ਪ੍ਰਾਪਤ ਕਰਕੇ ਭੋਗਣ ਲਈ ਮਿਲੇ ਹਨ। ਕਿਰਿਆਮਾਨ ਕਰਮ ਉਹ ਕਰਮ ਜਿਹੜੇ ਮਨੁੱਖ ਇਸ ਜਨਮ ਵਿੱਚ ਕਰ ਰਿਹਾ ਹੈ ਤੇ ਸੰਚਿਤ ਕਰਮ ਉਹ ਕਰਮ ਜੋ ਅਣਭੋਗੇ
ਕਰਮਾਂ ਦੇ ਫਲਾਂ ਦੇ ਭੰਡਾਰ ਦੇ ਰੂਪ ਵਿੱਚ ਮਨੁੱਖ ਦੇ ਕੋਲ ਹਨ ਜਾਂ ਮਨੁੱਖ ਦੇ ਜੁੜੇ ਹੋਏ ਹਨ। ਸੋ ਮਨੁੱਖ ਕਰਮ ਬਹੁਤ ਕਰਦਾ ਹੈ ਪਰ ਫਲ ਬਹੁਤ ਥੋੜਿਆਂ ਦਾ ਭੁਗਤਦਾ ਹੈ। ਸੋ ਇਸ ਲਈ ਸੰਚਿਤ ਕਰਮਾਂ ਦਾ ਭੰਡਾਰ ਇਕੱਠਾ ਹੁੰਦਾ ਜਾਂਦਾ ਹੈ। ਫਿਰ ਗੁਰਬਾਣੀ ਇਸ ਸਾਰੇ ਕੁਝ ਦੇ ਵਿੱਚੋਂ ਮਨੁੱਖ ਨੂੰ ਕੱਢਣ ਦੇ ਲਈ ਇਹ ਦੱਸਦੀ ਹੈ ਕਿ ਸਾਨੂੰ ਕਰਮ ਵਿੱਚ ਚੋਣ ਤੋਂ ਆਜ਼ਾਦੀ ਨਹੀਂ ਬਲਕਿ ਕਰਮ ਤੋਂ ਆਜ਼ਾਦ ਹੋਣ ਦੀ ਲੋੜ ਹੈ। ਗੁਰਬਾਣੀ 'ਚ ਕਥਨ ਹੈ, ਅਨੇਕ ਕਰਮ ਕੀਏ ਬਹੁ ਤੇਰੇ, ਜੋ ਕੀਜੇ ਸੋ ਬੰਧਨ ਪੈਰੇ, ਕਿ ਅਨੇਕਾਂ ਤਰ੍ਹਾਂ ਦੇ ਕਰਮ ਮਨੁੱਖ ਦੇ ਬੰਧਨ ਦਾ ਕਾਰਨ ਨੇ। ਇਸ ਲਈ ਕਰਮ ਤੋਂ ਮੁਕਤ ਹੋਣਾ ਤੇ ਕਰਮ ਤੋਂ ਮੁਕਤੀ ਦਾ ਸਾਧਨ ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਹੁਕਮ ਸੰਬੰਧੀ ਇੱਕ ਹੋਰ ਨੁਕਤਾ ਰਜ਼ਾ ਤੇ ਪਾਣਾ ਵੀ ਹੈ। ਰਜ਼ਾ ਉਸ ਪਰਮਾਤਮਾ ਦੀ ਇੱਛਾ ਹੈ, ਉਹਦੀ ਉਹ ਸ਼ਕਤੀ ਹੈ ਜਿਹਦੇ ਰਾਹੀਂ ਉਹ ਆਪਣੇ ਹੁਕਮ ਨੂੰ ਵੀ ਟਾਲ ਸਕਦਾ ਹੈ। ਸੋ ਕਰਤਾ ਪੁਰਖ ਦੀ ਰਜ਼ਾ ਦੇ ਵਿੱਚ ਉਹਦੇ ਉਹ ਨੇਮ ਵਿਧਾਨ ਆ ਜਾਂਦੇ ਹਨ ਜਿਨ੍ਹਾਂ ਨੂੰ ਉਹ ਸ੍ਰਿਸ਼ਟੀ ਤੇ ਲਾਗੂ ਕਰਦਾ ਹੈ। ਸੋ ਕਰਤਾ ਪੁਰਖ ਦੇ ਬਣਾਏ ਹੋਏ ਨੇਮ ਵਿਧਾਨ ਕਰਤਾ ਪੁਰਖ ਦੀ ਇੱਛਾ ਉੱਤੇ, ਉਹਦੀ ਰਜ਼ਾ ਉੱਤੇ ਲਾਗੂ ਨਹੀਂ ਹੁੰਦੇ। ਗੁਰਬਾਣੀ 'ਚ ਸਗਲ ਸਮਗਰੀ ਤੁਮਰੇ ਸੂਤਰਧਾਰੀ, ਜਿਹਦਾ ਹਵਾਲਾ ਆਪਾਂ ਪਹਿਲੇ ਵੀ ਦਿੱਤਾ। ਔਰ ਇੱਥੇ ਜਿਹੜੀ ਗੱਲ ਕਰਾਂਗੇ ਉਹ ਹੈ ਕਿ ਤੁਧ ਭਾਵੇ ਬਿਨ ਸਾਸ ਤੇ ਰਾਖੇ, ਰਾਈਟ। ਸੋ ਤੁਧ ਭਾਵੇ ਬਿਨ ਸਾਸ ਤੇ ਰਾਖੇ ਜਾਂ ਤਿਸ ਭਾਣਾ ਸੂਕੇ ਕਾਸ਼ਟ ਹਰਿਆ, ਕਿ ਉਹਦੀ ਇੱਛਾ ਹੈ, ਉਹਦੀ ਮਰਜ਼ੀ ਹੈ ਕਿ ਉਹ ਆਪਣੀ ਇੱਛਾ ਆਪਣੀ ਮਰਜ਼ੀ ਮੁਤਾਬਕ ਜੀਵ ਨੂੰ ਆਪਣੇ ਹੁਕਮ ਦੀ ਸੋਝੀ ਦਿੰਦਾ ਹੈ। ਉਹਦੇ ਲਈ ਯਤਨ ਕੀ ਕੀਤਾ ਜਾਣਾ ਹੈ? ਯਤਨ ਹੈ ਕਿ ਚਰਨ ਸਰਣ ਗੋਰੇਖ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਥ ਹੈ। ਕਹਿਣ ਦਾ ਭਾਵ ਕਿ ਮਨੁੱਖ ਨੇ ਉਸ ਪਰਮਾਤਮਾ ਦੇ ਹੁਕਮ ਵਿੱਚ ਰਹਿੰਦਿਆਂ, ਨਿਸ਼ਕਾਮ ਕਰਮ ਕਰਦਿਆਂ, ਉਸ ਪਰਮਾਤਮਾ ਦੇ ਨਾਲ ਦਿਲੋਂ ਮੁਹੱਬਤ ਕਰਦਿਆਂ ਉਹਦੇ ਵੱਲ ਇੱਕ ਕਦਮ ਵਧਾਉਣਾ ਹੈ ਤਾਂ ਉਹ 10 ਕਦਮ ਅੱਗੇ ਹੋ ਕੇ ਆਪ ਆਪਣੇ ਉਸ ਸਾਧਕ ਨੂੰ, ਉਸ ਜਗਿਆਸੂ ਨੂੰ ਲੈਣ ਆਉਂਦਾ ਹੈ। ਨਾ ਕੇਵਲ ਲੈਣ ਆਉਂਦਾ ਹੈ ਬਲਕਿ ਉਸ ਨੂੰ ਆਪਣੇ ਹੁਕਮ ਦੀ ਸੋਝੀ ਵੀ ਬਖਸ਼ਦਾ ਹੈ ਤੇ ਆਪਣੇ ਵਿੱਚ ਅਭੇਦ ਵੀ ਕਰ ਲੈਂਦਾ ਹੈ। ਸੋ ਮੈਨੂੰ ਉਮੀਦ ਹੈ ਕਿ ਹੁਕਮ ਦੇ ਇਹਨਾਂ ਪਹਿਲੂਆਂ ਬਾਰੇ ਜਾਣ ਕੇ ਵਿਦਿਆਰਥੀਆਂ ਨੂੰ ਇਸ ਸੰਕਲਪ ਬਾਰੇ ਥੋੜੀ ਜਿਹੀ ਜਾਣਕਾਰੀ ਹੋਰ ਪ੍ਰਾਪਤ ਹੋ ਗਈ ਹੋਵੇਗੀ। ਬਹੁਤ ਬਹੁਤ ਧੰਨਵਾਦ।